ਹੈਲੋ ਦੋਸਤੋ, ਲਰਨ ਡੇਲੀ ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਕਿਸੇ ਵੀ ਪੇਪਰ ਪੰਜਾਬ ਪੁਲਿਸ PTPLSB SSC ਵੀਡੀਓ ਕਲਰਕ ਐਕਸੈਟਰਾ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਿਹੜੀ ਕਿ ਆਉਣ ਵਾਲੇ ਸਾਲ 2024 ਦੇ ਵਿੱਚ ਨਵੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆ ਰਹੀਆਂ ਨੇ, ਤਾਂ ਉਹਨਾਂ ਦੀ ਅਗਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਦੇ ਨਾਲ ਜੁੜ ਸਕਦੇ ਹੋ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਸ਼ੇਅਰ। ਤਾਂ ਚੱਲਦੇ ਹਾਂ ਇਹਦੀ ਕਲਾਸ ਤੇ। ਤਾਂ ਅੱਜ ਦੀ ਕਲਾਸ ਦਾ ਫਸਟ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟਸ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਇਕੁਅਲ ਪੇ ਐਂਡ ਇਕੁਅਲ ਵਰਕ, ਇਕੁਐਲਿਟੀ ਬਿਫੋਰ ਲਾਅ ਜਾਂ ਰਾਈਟ ਟੂ ਫਰੀडम ਆਫ ਰਿਲੀਜਨ। ਤਾਂ ਇਹਦੇ ਵਿੱਚੋਂ ਅਗਰ ਆਪਾਂ ਦੇਖੀਏ ਕਿ ਆਪਣੇ ਕੋਲ ਜਿਹੜਾ ਰਾਈਟ ਟੂ ਅਗੇਂਸਟ ਐਕਸਪਲੋਨੇਸ਼ਨ ਐਂਡ ਇਕੁਐਲਿਟੀ ਬਿਫੋਰ ਲਾਅ ਐਂਡ ਰਾਈਟ ਟੂ ਫਰੀडम, ਇਹ ਆਪਣਾ ਕਿਹਦੇ ਵਿੱਚ ਆਉਂਦਾ? ਇਹ ਆਪਣੇ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦੀ ਹੈ। ਬਟ ਜਿਹੜਾ ਆਪਣੇ ਕੋਲੇ ਇਕੁਅਲ ਪੇ ਐਂਡ ਇਕੁਅਲ ਵਰਕ ਹੈ, ਇਹ ਆਪਣਾ ਕਿਹਦੇ ਵਿੱਚ ਆਉਂਦਾ? ਇਹ ਆਪਣੇ ਕੋਲੇ 39 ਨੰਬਰ ਆਰਟੀਕਲ ਦੇ ਵਿੱਚ ਆਉਂਦਾ। ਇਹ 39 ਨੰਬਰ ਆਰਟੀਕਲ ਦੇ ਵਿੱਚ ਕਿਹਦੇ ਵਿੱਚ ਆਉਂਦਾ? ਇਹ ਆਉਂਦਾ ਹੈ DPSP ਦੇ ਵਿੱਚ। ਕਿਹਦੇ ਵਿੱਚ ਆਉਂਦਾ? DPSP ਦੇ ਵਿੱਚ। ਇਹ ਫੰਡਾਮੈਂਟਲ ਰਾਈਟਸ ਦਾ ਪਾਰਟ ਨਹੀਂ ਹੈ, ਇਹ DPSP ਦਾ ਪਾਰਟ ਹੈ ਜਿਹੜਾ ਕਿ ਆਰਟੀਕਲ ਨੰਬਰ 39 ਦੇ ਵਿੱਚ ਆਉਂਦਾ ਹੈ, ਇਕੁਅਲ ਪੇ ਐਂਡ ਇਕੁਅਲ ਵਰਕ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਡਾਇਰੈਕਟਿਵ ਪ੍ਰਿੰਸੀਪਲਸ ਆਰ। ਤਾਂ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਮਤਲਬ ਕਿ ਜਿਹੜਾ ਆਪਣੇ ਕੋਲ DPSP ਹੈ, ਠੀਕ ਹੈ, DPSP, ਤਾਂ ਇਹਨਾਂ ਦੇ ਵਿੱਚੋਂ ਉਹਦਾ ਕੀ ਆਧਾਰ ਹੈ? ਕਿਸ ਦੇ ਆਧਾਰ 'ਤੇ ਉਹ ਜਸਟੀਫਾਈਬਲ ਹੈ, ਨੋਨ ਜਸਟੀਫਾਈਬਲ ਹੈ, ਰਿਗਾਰਡ ਹੈ ਜਾਂ ਫਿਰ ਫਲੈਕਸੀਬਲ ਹੈ? ਤਾਂ ਇਸ ਦਾ ਜੋ ਆਪਣੇ ਕੋਲ ਆਨਸਰ ਬਣਦਾ ਉਹ ਬਣਦਾ ਨੋਨ ਜਸਟੀਫਾਈਬਲ। ਜਸਟੀਫਾਈਬਲ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਚੀਜ਼ ਧੱਕੇ ਨਾਲ ਖੋਹਣਾ ਜਾਂ ਫਿਰ ਉੱਤੇ ਆਪਦਾ ਹੱਕ ਜਮਾਉਣਾ। ਤਾਂ ਪਰ ਨੋਨ ਜਸਟੀਫਾਈਬਲ ਕੀ ਹੁੰਦਾ? ਅਗਰ ਉਹ ਚੀਜ਼ ਦਿੱਤੀ ਜਾ ਸਕਦੀ ਹੈ ਤਾਂ ਦੇ ਸਕਦੇ ਹਾਂ, ਅਗਰ ਨਹੀਂ ਤਾਂ ਨਾ। ਮਤਲਬ ਕਿ ਅਗਰ ਉਸ ਚੀਜ਼ ਦੀ ਪਰਮਿਸ਼ਨ ਹੈ ਤਾਂ ਹੋ ਸਕਦੀ ਹੈ, ਨਹੀਂ ਹੈ ਤਾਂ ਨਹੀਂ ਹੋ ਸਕਦੀ। ਤਾਂ DPSP ਦੇ ਵਿੱਚ DPSP ਆਪਣੇ ਕੋਲ ਕੀ ਹੈ? ਨੋਨ ਜਸਟੀਫਾਈਬਲ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਪ੍ਰਾਈਮ ਮਿਨਿਸਟਰ ਇਜ਼। ਪ੍ਰਧਾਨ ਮੰਤਰੀ ਹੈ ਤਾਂ ਪ੍ਰਧਾਨ ਮੰਤਰੀ ਕੀ ਹੈ? ਪ੍ਰਧਾਨ ਮੰਤਰੀ ਕਿੱਥੋਂ ਬਣਦਾ ਹੈ? ਕੌਣ ਇਹਨੂੰ ਮਤਲਬ ਕਿ ਕਿੱਥੋਂ ਚੁਣ ਕੇ ਆਉਂਦਾ ਜਾਂ ਕੋਈ ਅਪਾਇੰਟ ਕਰਦਾ ਹੈ? ਕਿਸ ਤਰ੍ਹਾਂ ਪ੍ਰਧਾਨ ਮੰਤਰੀ ਕੀ ਹੈ? ਤਾਂ ਇਲੈਕਟਡ ਬਾਈ ਦੀ ਲੋਕ ਸਭਾ, ਇਲੈਕਟਡ ਬਾਈ ਦੀ ਪਾਰਲੀਮੈਂਟ, ਅਪਾਇੰਟਡ ਬਾਈ ਦੀ ਪ੍ਰੈਜ਼ੀਡੈਂਟ ਜਾਂ ਫਿਰ ਨੋਮੀਨੇਟਡ ਬਾਈ ਦੀ ਪਾਰਟੀ ਆਫ ਮੈਜੋਰਿਟੀ ਆਫ ਲੋਕ ਸਭਾ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਹੈ ਮਤਲਬ ਕਿ ਪ੍ਰਧਾਨ ਮੰਤਰੀ ਨਾਲ ਸਹੀ ਤਰ੍ਹਾਂ ਰਿਲੇਟ ਕਰਦੀ ਹੈ? ਤਾਂ ਇਹਨਾਂ ਦੇ ਵਿੱਚ ਜਿਹੜੇ ਕੋਲ ਆਪਣੇ ਕੋਲ ਆਪਸ਼ਨ ਬਣਦੀ ਹੈ ਉਹ ਆਪਣੇ ਕੋਲ ਆਨਸਰ ਸਹੀ ਬਣਦਾ, ਆਪਣੇ ਕੋਲ ਹੁੰਦਾ C ਆਪਸ਼ਨ ਜਿਹੜੀ ਬਣਦੀ ਹੈ ਆਪਣੇ ਕੋਲ ਰਾਈਟ ਬਣਦੀ ਹੈ। ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ, ਪ੍ਰਾਈਮ ਮਿਨਿਸਟਰ ਹੁੰਦਾ, ਉਸ ਨੂੰ ਪ੍ਰੈਜ਼ੀਡੈਂਟ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ ਕਿ ਉਸ ਨੂੰ ਨਾ ਤਾਂ ਇਲੈਕਟਡ ਬਾਈ ਲੋਕ ਸਭਾ, ਨਾ ਤਾਂ ਲੋਕ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ, ਨਾ ਹੀ ਪਾਰਲੀਮੈਂਟ ਦੁਆਰਾ ਇਲੈਕਟ ਕੀਤਾ ਜਾਂਦਾ, ਔਰ ਨਾ ਹੀ ਨੋਮੀਨੇਟਡ ਪਾਰਟੀਜ਼ ਜਿਹੜੀ ਕਿ ਮੈਜੋਰਟੀ ਹੁੰਦੀਆਂ ਨੇ ਲੋਕ ਸਭਾ ਦੇ ਵਿੱਚ, ਨਾ ਹੀ ਉਹਨਾਂ ਦੁਆਰਾ ਚੁਣਿਆ ਜਾਂਦਾ। ਜਿਹੜਾ ਆਪਣੇ ਕੋਲ ਪ੍ਰਾਈਮ ਮਿਨਿਸਟਰ ਹੁੰਦਾ ਇਸ ਨੂੰ ਕੀ ਕੀਤਾ ਜਾਂਦਾ? ਪ੍ਰੈਜ਼ੀਡੈਂਟ ਦੁਆਰਾ ਅਪਾਇੰਟ ਕੀਤਾ ਜਾਂਦਾ। ਕਿਸ ਦੇ ਆਧਾਰ 'ਤੇ? ਜਿਹੜੀਆਂ ਵੀ ਆਪਣੇ ਕੋਲ ਮਿਊਨਿਸਪੈਲਿਟੀਜ਼ ਦੇ ਵਿੱਚ MLAs ਦੀਆਂ ਜਾਂ ਫਿਰ ਮੰਤਰੀਆਂ ਦੀਆਂ ਜਿਹੜੀਆਂ ਹੁੰਦੀਆਂ ਆਪਣੇ ਕੋਲ ਵੋਟਾਂ ਪੈਂਦੀਆਂ, ਠੀਕ ਹੈ, ਉਹਨਾਂ ਨੂੰ ਚੁਣਿਆ ਜਾਂਦਾ। ਤਾਂ ਜਿਹੜੇ ਵੀ ਆਪਣੇ ਕੋਲ ਪਾਰਟੀ ਦੇ MLAs ਜਾਂ ਮੰਤਰੀ ਜ਼ਿਆਦਾ ਹੋਣਗੇ, ਜ਼ਿਆਦਾ ਇਲੈਕਟ ਹੋਣਗੇ, ਤਾਂ ਉਸ ਦੇ ਆਧਾਰ 'ਤੇ ਹੀ ਕੀ ਹੁੰਦਾ ਹੈ ਆਪਣੇ ਕੋਲ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਪ੍ਰਾਈਮ ਮਿਨਿਸਟਰ ਨੂੰ ਅਪਾਇੰਟ ਕਰਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਓਥ ਟੂ ਅ ਹਾਈ ਕੋਰਟ ਜੱਜ ਇਜ਼ ਐਡਮਿਨਿਸਟ੍ਰੇਟਡ ਬਾਏ ਦੀ। ਤਾਂ ਹਾਈ ਕੋਰਟ ਦੇ ਜੱਜ ਨੂੰ ਸਹੁੰ ਚੁਕਾਈ ਜਾਂਦੀ ਹੈ ਕਿਸ ਦੇ ਦੁਆਰਾ? ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਦੀ ਦੈਟ ਹਾਈ ਕੋਰਟ, ਗਵਰਨਰ ਔਰ ਪ੍ਰੈਜ਼ੀਡੈਂਟ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਪਣਾ ਆਨਸਰ ਬਣੇਗਾ ਸਹੀ ਉਹ ਆਪਣੇ ਕੋਲ ਆਉਂਦਾ ਹੈ ਜੀ, ਹਾਈ ਕੋਰਟ ਦੇ ਜੱਜ ਨੂੰ ਸਹੁੰ ਕੌਣ ਚੁਕਾਉਂਦਾ? ਗਵਰਨਰ ਚੁਕਾਉਂਦਾ। ਔਰ ਸੁਪਰੀਮ ਕੋਰਟ ਦੇ ਜੱਜ ਨੂੰ ਸਹੁੰ ਕੌਣ ਚੁਕਾਉਂਦਾ? ਸੁਪਰੀਮ ਕੋਰਟ ਦੇ ਜੱਜ ਨੂੰ ਸਹੁੰ ਚੁਕਾਉਂਦਾ ਆਪਣੇ ਕੋਲ ਪ੍ਰੈਜ਼ੀਡੈਂਟ। ਤਾਂ ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ 'ਤੇ। ਨੈਕਸਟ ਹੈ ਆਪਣੇ ਕੋਲ, ਦੀ ਟੈਨਿਓਰ ਆਫ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਦੀ ਇੰਡੀਆ। ਤਾਂ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 4 ਸਾਲ, 5 ਸਾਲ, 6 ਸਾਲ ਜਾਂ ਫਿਰ 7 ਸਾਲ। ਤਾਂ ਇਹਦੇ ਵਿੱਚ ਜਿਹੜਾ ਆਪਣੇ ਕੋਲ ਆਨਸਰ ਬਣੇਗਾ ਰਾਈਟ ਉਹ ਬਣਦਾ ਆਪਣੇ ਕੋਲ 6 ਸਾਲ ਜਿਹੜਾ ਹੁੰਦਾ ਹੈ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦਾ ਕਾਰਜਕਾਲ ਹੁੰਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਯੂਨੀਅਨ ਟੈਰੀਟਰੀਜ਼ ਗੈਟ ਰਿਪਰੈਜ਼ੈਂਟੇਸ਼ਨਸ ਇਨ। ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਸ ਸਦਨ ਵਿੱਚ ਪ੍ਰਤੀਨਿਧਤਾ ਮਿਲਦੀ ਹੈ? ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਜਾਂ ਫਿਰ ਬੋਥ ਆਫ ਹਾਊਸ ਆਫ ਪਾਰਲੀਮੈਂਟ ਜਾਂ ਫਿਰ ਨਨ ਆਫ ਦੀਸ। ਤਾਂ ਇਹਨਾਂ ਦੇ ਵਿੱਚੋਂ ਕਿਸ ਸਦਨ ਦੇ ਵਿੱਚ ਜਿਹੜੀ ਹੈਗੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਤੀਨਿਧਤਾ ਮਿਲਦੀ ਹੈ? ਤਾਂ ਆਪਣੇ ਕੋਲ ਆਨਸਰ ਬਣ ਜਾਂਦਾ ਰਾਈਟ, ਉਹ ਬਣਦਾ ਆਪਣੇ ਕੋਲ ਬੋਥ ਹਾਊਸਸ ਆਫ ਪਾਰਲੀਮੈਂਟ।
बोथ हाउसेस ऑफ पार्लीमेंट। ਤਾਂ ਪਾਰਲੀਮੈਂਟ ਦੇ ਮਤਲਬ ਕਿ ਕਿਹੜੇ ਬਹੁਤ ਹਾਊਸਸ ਹੁੰਦੇ ਨੇ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਦੋਨਾਂ ਸਦਨਾਂ ਦੇ ਵਿੱਚ ਜਿਹੜੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤੀਨਿਧਤਾ ਹੁੰਦੀ ਹੈ। ਤਾਂ ਨੈਕਸਟ ਚੱਲਦੇ ਹਾਂ। ਨੈਕਸਟ ਹੈ ਆਪਣੇ ਕੋਲ ਹੂ ਅਮੰਗ ਦੀ ਫੋਲੋਇੰਗ ਡਿਸਾਈਡਸ ਵੈਦਰ ਦੀ ਪਰਟੀਕੂਲਰ ਬਿੱਲ ਇਜ਼ ਅ ਮਨੀ ਬਿੱਲ ਔਰ ਨੋਟ। ਤਾਂ ਹੇਠਾਂ ਦਿੱਤੇ ਵਿੱਚੋਂ ਕੌਣ ਫੈਸਲਾ ਕਰਦਾ ਹੈ ਕਿ ਕੋਈ ਖਾਸ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਹੈ। ਪ੍ਰੈਜ਼ੀਡੈਂਟ ਕਰਦਾ ਹੈ, ਸਪੀਕਰ ਕਰਦਾ ਹੈ ਲੋਕ ਸਭਾ ਦਾ, ਜਾਂ ਫਿਰ ਚੇਅਰਮੈਨ ਕਰਦਾ ਹੈ ਰਾਜ ਸਭਾ ਦਾ, ਜਾਂ ਫਿਰ ਫਾਈਨੈਂਸ ਮਿਨਿਸਟਰ ਕਰਦਾ ਹੈ। ਤਾਂ ਇਹਦਾ ਆਪਣੇ ਕੋਲੇ ਆਨਸਰ ਜੋ ਬਣੇਗਾ ਉਹ ਆਪਣੇ ਕੋਲੇ ਬਣਦਾ ਹੈ ਲੋਕ ਸਭਾ ਦਾ ਸਪੀਕਰ ਜਿਹੜਾ ਹੁੰਦਾ ਹੈ ਇਹ ਦੱਸਦਾ ਹੈ ਕਿ ਕੋਈ ਵੀ ਬਿੱਲ ਮਨੀ ਬਿੱਲ ਹੈ ਜਾਂ ਫਿਰ ਨਹੀਂ ਹੈ। ਕੋਈ ਵੀ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਹੈ ਇਹ ਕੌਣ ਦੱਸਦਾ ਹੈ, ਲੋਕ ਸਭਾ ਦਾ ਸਪੀਕਰ ਦੱਸਦਾ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਲੈਜਿਸਲੇਟਿਵ ਕਾਊਂਸਲ ਐਗਜ਼ਿਸਟ ਇਨ ਵਿਚ ਆਫ ਦੀ ਫੋਲੋਇੰਗ ਸਟੇਟਸ। ਤਾਂ ਵਿਧਾਨ ਪਰਿਸ਼ਦ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਵਿੱਚ ਮੌਜੂਦ ਹੈ। ਕੇਰਲਾ ਵਿੱਚ, ਹਿਮਾਚਲ ਪ੍ਰਦੇਸ਼ ਵਿੱਚ, ਦਿੱਲੀ ਵਿੱਚ ਜਾਂ ਬਿਹਾਰ ਵਿੱਚ। ਤਾਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਹੈਗੀ ਹੈ ਆਪਣੇ ਇੰਡੀਆ ਦੇ ਵਿੱਚ ਜਿਹੜੀ ਵਿਧਾਨ ਪਰਿਸ਼ਦ ਹੈ, ਠੀਕ ਹੈ, ਲੈਜਿਸਲੇਟਿਵ ਕਾਊਂਸਲ ਕਿੰਨੇ ਰਾਜਾਂ ਦੇ ਵਿੱਚ ਇਹ ਹੈ ਅਤੇ ਕਿੰਨਿਆਂ ਦੇ ਵਿੱਚ ਨਹੀਂ ਹੈ। ਮਤਲਬ ਕਿ ਟੋਟਲ ਆਪਣੇ ਕੋਲ ਜਿਹੜੇ ਰਾਜ ਹੋਣਗੇ ਇੰਡੀਆ ਦੇ ਵਿੱਚ ਉਹਨਾਂ ਵਿੱਚੋਂ ਸਿਰਫ 6 ਰਾਜਾਂ ਦੇ ਵਿੱਚ ਜਿਹੜੀ ਹੈਗੀ ਹੈ ਲੈਜਿਸਲੇਟਿਵ ਕਾਊਂਸਲ ਮਤਲਬ ਕਿ ਵਿਧਾਨ ਪਰਿਸ਼ਦ ਹੈ ਔਰ ਬਾਕੀ ਦੇ ਰਾਜਾਂ ਵਿੱਚ ਜਿਹੜੀ ਹੈਗੀ ਹੈ ਵਿਧਾਨ ਪਰਿਸ਼ਦ ਉਹ ਨਹੀਂ ਹੈ। ਤਾਂ ਇਹਨਾਂ ਦੇ ਵਿੱਚੋਂ ਆਪਣਾ ਕਿਹੜਾ ਆਨਸਰ ਹੈ ਜਿਸ ਦੇ ਵਿੱਚ ਵਿਧਾਨ ਪਰਿਸ਼ਦ ਹੈ। ਤਾਂ ਬਿਹਾਰ ਦੇ ਵਿੱਚ ਵਿਧਾਨ ਪਰਿਸ਼ਦ ਹੈ। ਨੈਕਸਟ ਚੱਲਦੇ ਹਾਂ। ਕਹਿੰਦੇ ਦੀ ਏਜ ਆਫ ਰਿਟਾਇਰਮੈਂਟ ਆਫ ਅ ਹਾਈ ਕੋਰਟ ਜੱਜ ਇਸ। ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਉਮਰ ਕੀ ਹੁੰਦੀ ਹੈ। ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਉਮਰ ਕੀ ਹੁੰਦੀ ਹੈ। ਤਾਂ ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਉਮਰ 65 ਸਾਲ, 60 ਸਾਲ, 62 ਸਾਲ ਜਾਂ ਫਿਰ 58 ਸਾਲ। ਤਾਂ ਇਹਦਾ ਜਿਹੜਾ ਆਪਣੇ ਕੋਲੇ ਰਾਈਟ ਆਨਸਰ ਬਣ ਜਾਂਦਾ ਉਹ ਬਣ ਜਾਂਦਾ ਆਪਣੇ ਕੋਲੇ 62 ਸਾਲ ਜਿਹੜੀ ਹੁੰਦੀ ਹੈ ਹਾਈ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਉਮਰ ਹੁੰਦੀ ਹੈ ਅਤੇ 65 ਸਾਲ ਜਿਹੜੀ ਹੁੰਦੀ ਹੈ ਇਹ ਆਪਣੇ ਕੋਲੇ ਸੁਪਰੀਮ ਕੋਰਟ ਦੇ ਜੱਜ ਦੀ ਹੁੰਦੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਮੋਸਟ profound influence on the drafting of the Indian Constitution was exercised by the। ਤਾਂ ਮਤਲਬ ਕਿ ਭਾਰਤੀ ਸੰਵਿਧਾਨ ਦੇ ਖਰੜੇ 'ਤੇ ਸਭ ਤੋਂ ਡੂੰਘਾ ਪ੍ਰਭਾਵ ਇਸ ਦੁਆਰਾ ਵਰਤਿਆ ਗਿਆ ਸੀ। US ਕੌਂਸਟੀਟਿਊਸ਼ਨ, ਬ੍ਰਿਟਿਸ਼ ਕੌਂਸਟੀਟਿਊਸ਼ਨ, ਗਵਰਨਮੈਂਟ ਆਫ ਇੰਡੀਆ ਐਕਟ 1935 ਜਾਂ ਫਿਰ ਫ੍ਰੈਂਚ ਆਈਡੀਆਜ਼ ਔਰ ਲਿਬਰਟੀ ਔਰ ਫੈਟਰਨਿਟੀ ਦੁਆਰਾ। ਤਾਂ ਇਸ ਦਾ ਜੋ ਆਪਣੇ ਕੋਲੇ ਆਨਸਰ ਬਣਦਾ ਹੈ ਰਾਈਟ ਉਹ ਆਪਣੇ ਕੋਲੇ ਬਣ ਜਾਂਦਾ ਹੈ ਬੋਥ। ਦੂਸਰਾ ਆਪਣੇ ਕੋਲ ਬਣ ਜਾਂਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਤਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਆਪਣੇ ਸੰਵਿਧਾਨ ਦੇ ਵਿੱਚ ਜੋੜੀਆਂ ਗਈਆਂ ਸੀ। ਇਸ ਲਈ ਕੀ ਕਰਦਾ ਇਹ ਭਾਰਤ ਦੇ ਸੰਵਿਧਾਨ ਦੇ ਖਰੜੇ 'ਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦਾ ਹੈ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਹੂ ਵਰਕਸ ਐਜ਼ ਦੀ ਚੇਅਰਮੈਨ ਆਫ ਦੀ ਪਲੈਨਿੰਗ ਕਮਿਸ਼ਨ। ਤਾਂ ਪਲੈਨਿੰਗ ਕਮਿਸ਼ਨ ਜੋ ਸੀ ਆਪਣੇ ਕੋਲੇ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵਜੋਂ ਕੌਣ ਕੰਮ ਕਰਦਾ ਹੈ। ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਵਾਈਸ ਪ੍ਰੈਜ਼ੀਡੈਂਟ ਜਾਂ ਫਿਰ ਗਵਰਨਰ ਆਫ ਰਿਜ਼ਰਵ ਬੈਂਕ। ਤਾਂ ਯੋਜਨਾ ਕਮਿਸ਼ਨ ਯਾਨੀ ਪਲੈਨਿੰਗ ਕਮਿਸ਼ਨ ਜਿਹੜੀ ਹੁੰਦੀ ਹੈ ਆਪਣੇ ਕੋਲੇ ਉਹਦੇ ਚੇਅਰਮੈਨ ਵਜੋਂ ਕੰਮ ਕੌਣ ਕਰਦਾ ਹੈ ਜੀ ਆਪਣੇ ਕੋਲੇ ਕੌਣ ਕਰਦਾ ਹੈ ਪ੍ਰਾਈਮ ਮਿਨਿਸਟਰ ਕਰਦਾ ਹੈ। ਔਰ ਹੁਣ ਕੀ ਹੈਗਾ ਹੈ ਪਲੈਨਿੰਗ ਕਮਿਸ਼ਨ ਨੂੰ ਖਤਮ ਕਰਕੇ ਉਸ ਦੀ ਜਗ੍ਹਾ 'ਤੇ ਕਿਸ ਯੋਜਨਾ ਨੂੰ ਚਲਾਇਆ ਗਿਆ ਉਸ ਜਗ੍ਹਾ 'ਤੇ ਆਪਣੇ ਕੋਲ ਕੀ ਹੈ ਨੀਤੀ ਆਯੋਗ ਚੱਲਦੀ ਹੈ। ਹੁਣ ਨੀਤੀ ਆਯੋਗ ਉਸ ਦੀ ਜਗ੍ਹਾ 'ਤੇ ਕੰਮ ਕਰਦੀ ਹੈ ਔਰ ਨੀਤੀ ਆਯੋਗ ਜੋ ਸੀ ਕਦੋਂ ਬਣੀ ਸੀ ਇਹ ਬਣੀ ਸੀ 1 ਜਨਵਰੀ 2015 ਦੇ ਵਿੱਚ ਜੋ ਸੀਗਾ ਆਪਣੇ ਕੋਲੇ ਪਲੈਨਿੰਗ ਕਮਿਸ਼ਨ ਜਿਹੜੀ ਨੂੰ ਸੀ ਉਸ ਨੂੰ ਹਟਾ ਕੇ ਔਰ ਨੀਤੀ ਆਯੋਗ ਦੀ ਜਿਹੜੀ ਸੀਗੀ ਸਥਾਪਨਾ ਕੀਤੀ ਗਈ ਸੀ 1 ਜਨਵਰੀ 2015 ਦੇ ਵਿੱਚ। ਔਰ ਨੀਤੀ ਆਯੋਗ ਦਾ ਵੀ ਕੀ ਹੁੰਦਾ ਹੈ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਵੀ ਕੌਣ ਹੈ ਪ੍ਰਾਈਮ ਮਿਨਿਸਟਰ ਹੀ ਹੈ ਆਪਣੇ ਕੋਲ। ਨੀਤੀ ਆਯੋਗ ਦਾ ਵੀ ਜਿਹੜਾ ਆਪਣੇ ਕੋਲੇ ਚੇਅਰਮੈਨ ਹੁੰਦਾ ਕੌਣ ਹੈ ਪ੍ਰਾਈਮ ਮਿਨਿਸਟਰ ਹੀ ਹੁੰਦਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਰ ਦੀ ਅਫੀਸ਼ੀਅਲ ਲੈਂਗੁਏਜ ਆਫ ਦੀ UNO। ਤਾਂ UNO ਦੀਆਂ ਸਰਕਾਰੀ ਭਾਸ਼ਾਵਾਂ ਕਿਹੜੀਆਂ ਹਨ। ਤਾਂ ਇਹਨਾਂ ਦੇ ਵਿੱਚੋਂ UNO ਦੀਆਂ ਸਰਕਾਰੀ ਭਾਸ਼ਾਵਾਂ ਕਿਹੜੀਆਂ ਹਨ। ਤਾਂ ਇਹਦੇ ਵਿੱਚ ਜਿਹੜਾ ਆਪਣਾ ਰਾਈਟ ਆਨਸਰ ਬਣਦਾ ਉਹ ਬਣਦਾ ਆਪਣੇ ਕੋਲੇ ਇੰਗਲਿਸ਼, ਫਰੈਂਚ, ਚਾਈਨੀਜ਼, ਰਸ਼ੀਅਨ, ਅਰਬਿਕ ਐਂਡ ਸਪੈਨਿਸ਼। ਤਾਂ ਡੀ ਆਨਸਰ ਜੋ ਹੈ ਆਪਣੇ ਕੋਲੇ ਡੀ ਆਪਸ਼ਨ 'ਚ ਉਹ ਰਾਈਟ ਆਨਸਰ ਹੈ
कि इंग्लिश, फ्रेंच, चाइनीज़, रशियन, अरबिक एंड स्पैनिश ਜਿਹੜੀਆਂ ਨੇ ਇਹ ਆਪਣੇ ਕੋਲੇ UN ਦੀਆਂ ਸਰਕਾਰੀ ਭਾਸ਼ਾਵਾਂ ਹਨ। ਨੈਕਸਟ ਕੁਐਸਚਨ ਹੈ ਆਪਣੇ ਕੋਲ ਵਿਚ ਕੰਟਰੀ ਐਕਸੈਪਟਡ ਦੀ ਪਾਲਿਸੀ ਆਫ ਡੂਅਲ ਸਿਟੀਜ਼ਨਸ਼ਿਪ। ਤਾਂ ਕਿਹੜੇ ਦੇਸ਼ ਨੇ ਦੋਹਰੀ ਨਾਗਰਿਕਤਾ ਦੀ ਨੀਤੀ ਨੂੰ ਸਵੀਕਾਰ ਕੀਤਾ ਹੈ? ਇੰਡੀਆ ਨੇ, ਕੈਨੇਡਾ ਨੇ, ਆਸਟ੍ਰੇਲੀਆ ਨੇ ਜਾਂ ਫਿਰ USA ਨੇ? ਤਾਂ ਇਸ ਜੋ ਆਪਣਾ ਰਾਈਟ ਆਂਸਰ ਬਣੇਗਾ ਉਹ ਬਣੇਗਾ USA। ਤਾਂ USA ਦੇ ਵਿੱਚ ਦੋਹਰੀ ਨਾਗਰਿਕਤਾ ਦੀ ਨੀਤੀ ਹੈ, ਮਤਲਬ ਕਿ ਡੁਅਲ ਜਿਹੜੀ ਹੈਗੀ ਸਿਟੀਜ਼ਨਸ਼ਿਪ ਹੈ। ਅਤੇ ਆਪਣੇ ਇੰਡੀਆ ਦੇ ਵਿੱਚ ਕੀ ਹੈ ਜੀ? ਆਪਣੇ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਆਪਣੇ ਇੰਡੀਆ ਦੇ ਵਿੱਚ ਕੀ ਹੈ? ਸਿੰਗਲ ਸਿਟੀਜ਼ਨਸ਼ਿਪ ਹੈ। ਮਤਲਬ ਕਿ ਅਗਰ ਕੋਈ ਵੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਇੰਡੀਆ ਦੇ ਵਿੱਚ ਰਹਿਣ ਵਾਲਾ ਤਾਂ ਉਸਦੀ ਇੰਡੀਆ ਦੀ ਨਾਗਰਿਕਤਾ ਜਿਹੜੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਇਸ ਲਈ ਕਿਹਾ ਜਾਂਦਾ ਕਿ ਇੰਡੀਆ ਦੇ ਵਿੱਚ ਕੀ ਹੈਗੀ ਹੈ? ਸਿੰਗਲ ਸਿਟੀਜ਼ਨਸ਼ਿਪ ਹੈ। ਔਰ USA ਦੇ ਵਿੱਚ ਕੀ ਹੈਗੀ ਹੈ? USA ਵਿੱਚ ਡਬਲ ਸਿਟੀਜ਼ਨਸ਼ਿਪ ਹੈ। ਨੈਕਸਟ ਚੱਲਦੇ ਹਾਂ। ਹੂ ਕੰਸਟਰਕਟਡ ਦੀ ਸਾਂਚੀ ਸਤੂਪ। ਤਾਂ ਸਾਂਚੀ ਸਤੂਪ ਦਾ ਨਿਰਮਾਣ ਕਿਸ ਨੇ ਕੀਤਾ ਸੀ? ਸਾਂਚੀ ਸਤੂਪ ਦਾ ਨਿਰਮਾਣ ਜਿਹੜਾ ਸੀਗਾ ਉਹ ਕਿਸ ਨੇ ਕੀਤਾ ਸੀ? ਤਾਂ ਇਸ ਦਾ ਆਪਣੇ ਕੋਲ ਆਨਸਰ ਬਣੇਗਾ ਉਹ ਬਣ ਜਾਂਦਾ ਆਪਣੇ ਕੋਲ ਅਸ਼ੋਕਾ। ਤਾਂ ਅਸ਼ੋਕਾ ਦੁਆਰਾ ਜਿਹੜਾ ਸੀਗਾ ਸ਼ਾਂਤੀ ਸਤੂਪ ਦਾ ਆਪਣੇ ਕੋਲ ਨਿਰਮਾਣ ਕੀਤਾ ਗਿਆ ਸੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। Who among these was not from the slave dynasty? ਤਾਂ ਇਹਨਾਂ ਵਿੱਚੋਂ ਕੌਣ ਗੁਲਾਮ ਰਾਜਵੰਸ਼ ਵਿੱਚੋਂ ਨਹੀਂ ਹੈ? ਬਲਬਨ, ਇਲਤੁਤਮਿਸ਼, ਕੁਤੁਬਦੀਨ ਐਬਕ ਜਾਂ ਫਿਰ ਇਬਰਾਹਿਮ ਲੋਧੀ? ਤਾਂ ਇਹਨਾਂ ਵਿੱਚੋਂ ਕੌਣ ਜਿਹੜਾ ਹੈਗਾ ਗੁਲਾਮ ਵੰਸ਼ ਦਾ ਜਿਹੜਾ ਹੈਗਾ ਰਾਜਵੰਸ਼ ਦਾ ਸ਼ਾਸਕ ਨਹੀਂ ਹੈ, ਵਿੱਚੋਂ ਨਹੀਂ ਹੈ ਇਹਨਾਂ ਦੇ ਵਿੱਚੋਂ? ਤਾਂ ਇਹਦਾ ਆਪਣਾ ਜੋ ਆਨਸਰ ਬਣੇਗਾ ਉਹ ਬਣੇਗਾ ਇਬਰਾਹਿਮ ਲੋਧੀ। ਕਿਉਂਕਿ ਜਿਹੜਾ ਇਬਰਾਹਿਮ ਲੋਧੀ ਸੀ ਇਹ ਕਿਹਦੇ ਨਾਲ ਬਿਲੋਂਗ ਕਰਦਾ ਸੀ? ਇਹ ਕਰਦਾ ਸੀਗਾ ਆਪਣੇ ਕੋਲੇ ਲੋਧੀ ਡਾਇਨੈਸਟੀ ਨਾਲ ਬਿਲੋਂਗ। ਤਾਂ ਬਲਬਨ, ਇਲਤੁਤਮਿਸ਼ ਐਂਡ ਜਿਹੜਾ ਸੀਗਾ ਆਪਣੇ ਕੋਲੇ ਕੁਤੁਬਦੀਨ ਐਬਕ ਇਹ ਕਿਹਦੇ ਨਾਲ ਰਿਲੇਟ ਕਰਦੇ ਸੀ? ਇਹ ਸਲੇਵ ਡਾਇਨੈਸਟੀ ਨਾਲ ਰਿਲੇਟ ਕਰਦੇ ਨੇ। ਅਤੇ ਜਿਹੜਾ ਆਪਣੇ ਕੋਲ ਇਬਰਾਹਿਮ ਲੋਧੀ ਹੈ ਲੋਧੀ ਡਾਇਨੈਸਟੀ ਨਾਲ ਰਿਲੇਟ ਕਰਦਾ ਹੈ। ਤਾਂ ਆਪਣੇ ਕੋਲ ਆਨਸਰ ਕੀ ਬਣੇਗਾ? ਇਬਰਾਹਿਮ ਲੋਧੀ ਜੋ ਹੈ ਇਹਨਾਂ ਦੇ ਵਿੱਚ ਜਿਹੜਾ ਹੈ ਗੁਲਾਮ ਰਾਜਵੰਸ਼ ਨਾਲ ਜਿਹੜਾ ਹੈ ਆਪਣੇ ਕੋਲ ਰਿਲੇਟ ਨਹੀਂ ਕਰਦਾ ਹੈ, ਵਿੱਚੋਂ ਨਹੀਂ ਹੈ। ਨੈਕਸਟ ਚੱਲਦੇ ਹਾਂ। ਹਾਊ ਮੈਨੀ ਸਟੇਟਸ ਆਰ UTs ਡਿਡ ਦੀ ਸਟੇਟਸ ਰੈਕੋਗਨੀਸ਼ਨਸ ਕਮਿਊਨੀਕੇਸ਼ਨ ਕ੍ਰੀਏਟ ਇਨ 1956? ਤਾਂ 1956 ਵਿੱਚ ਪ੍ਰਾਂਤ ਪੁਨਰਗਠਨ ਕਮਿਸ਼ਨ ਨੇ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਸਨ? ਤਾਂ ਇਸ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ 1956 ਵਿੱਚ ਮਤਲਬ ਕਿ ਕਿੰਨੇ ਭਾਰਤ ਦੇ ਰਾਜ ਅਤੇ ਕਿੰਨੀਆਂ UTs ਹੁੰਦੀਆਂ ਸਨ। ਤਾਂ ਇਹ ਤਾਂ ਹੈ ਨਹੀਂ ਵੀ ਜਿੰਨੀਆਂ ਹੁਣ ਨੇ ਉਨੀਆਂ ਸੀਗੀਆਂ, ਕਿਉਂਕਿ ਉਸ ਤੋਂ ਬਾਅਦ ਕਿੰਨੀ ਵਾਰ ਕੀ ਹੈਗਾ ਹੈ ਪਹਿਲਾਂ ਵੈਸਟ ਬੰਗਾਲ ਨੂੰ ਵੰਡਿਆ ਗਿਆ। ਵੈਸਟ ਬੰਗਾਲ ਤੋਂ ਬਾਅਦ ਥੋੜ੍ਹਾ ਟੁਕੜਾ ਉਹਨੂੰ ਅਲੱਗ ਕਰਕੇ ਉਹਨੂੰ ਉੱਤਰ ਪ੍ਰਦੇਸ਼ ਬਣਾਇਆ ਗਿਆ। ਔਰ ਉੱਤਰ ਪ੍ਰਦੇਸ਼ ਤੋਂ ਬਾਅਦ ਫਿਰ ਉੱਤਰ ਪ੍ਰਦੇਸ਼ ਤੋਂ ਥੋੜ੍ਹਾ ਟੁਕੜਾ ਅਲੱਗ ਕਰਕੇ ਉਹਨੂੰ ਛੱਤੀਸਗੜ੍ਹ ਬਣਾ ਦਿੱਤਾ ਗਿਆ। ਤਾਂ ਬਹੁਤ ਵਾਰ ਜਿਹੜੀਆਂ ਹੋਈਆਂ ਨੇ ਸਟੇਟਾਂ ਦੀਆਂ ਬਾਉਂਡਰੀਜ਼ ਨੂੰ ਛੋਟੀਆਂ ਵੱਡੀਆਂ ਕੀਤਾ ਗਿਆ। ਜਿਵੇਂ ਕਿ ਪੰਜਾਬ ਨਾਲ ਵੀ ਪੰਜਾਬ ਤੋਂ ਪਹਿਲਾਂ ਹਰਿਆਣਾ ਅਲੱਗ ਕੀਤਾ, ਹਰਿਆਣੇ ਤੋਂ ਬਾਅਦ 'ਚ ਆਪਣੇ ਕੋਲ ਹਿਮਾਚਲ ਪ੍ਰਦੇਸ਼ ਨੂੰ ਥੋੜ੍ਹਾ ਏਰੀਆ ਦਿੱਤਾ ਗਿਆ ਤਾਂ ਉਹ ਅਲੱਗ ਤੋਂ ਇੱਕ ਸਟੇਟ ਬਣਾਈ ਗਈ। ਤਾਂ ਇਸੇ ਤਰੀਕੇ ਨਾਲ ਹੀ ਜਦੋਂ ਇਹ ਸਭ ਨਹੀਂ ਸੀ 1956 ਦੇ ਵਿੱਚ ਕਹਿੰਦੇ ਨੇ ਕਿ ਕਿੰਨੀਆਂ ਸਟੇਟਸ ਅਤੇ UTs ਸਨ। ਤਾਂ ਇਸਦਾ ਆਪਣਾ ਰਾਈਟ ਆਨਸਰ ਬਣਦਾ ਹੈ ਕਿ ਉਸ ਸਮੇਂ 14 ਸਟੇਟਸ ਅਤੇ 6 UTs ਸਨ। ਅਤੇ ਹੁਣ ਕਿੰਨੀਆਂ ਨੇ? ਹੁਣ ਆਪਣੇ ਕੋਲ 28 ਸਟੇਟਸ ਐਂਡ 8 UTs ਨੇ। ਨੈਕਸਟ ਚੱਲਦੇ ਹਾਂ। ਹੂ ਵਾਜ਼ ਦੀ ਮੈਡੀਵਲ ਕਿੰਗ ਰਿਸਪੋਂਸੀਬਲ ਫॉर ਇੰਟਰੋਡਿਊਸਿੰਗ ਦੀ ਸਿਲਵਰ ਕੋਇਨ ਕਾਲਡ ਟਕਾ ਇਨ ਨਾਰਥ ਇੰਡੀਆ? ਤਾਂ ਉੱਤਰੀ ਭਾਰਤ ਵਿੱਚ ਟਕਾ ਨਾਮਕ ਚਾਂਦੀ ਦਾ ਸਿੱਕਾ ਸ਼ੁਰੂ ਕਰਨ ਲਈ ਮੱਧਕਾਲੀਨ ਰਾਜਾ ਕੌਣ ਸੀ? ਇਲਤੁਤਮਿਸ਼, ਰਜੀਆ, ਅਲਾਉਦੀਨ ਖਿਲਜੀ ਜਾਂ ਫਿਰ ਮੁਹੰਮਦ ਬਿਨ ਤੁਗਲਕ? ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਪਣਾ ਰਾਈਟ ਆਨਸਰ ਬਣਦਾ ਉਹ ਆਪਣੇ ਕੋਲ ਬਣ ਜਾਂਦਾ ਜੀ ਇਲਤੁਤਮਿਸ਼ ਦੁਆਰਾ ਜਿਹੜੇ ਸੀਗੇ ਇਹ ਉੱਤਰੀ ਭਾਰਤ ਵਿੱਚ ਟਕਾ ਨਾਮਕ ਜਿਹੜੇ ਚਾਂਦੀ ਦੇ ਸਿੱਕੇ ਚਲਾਏ ਗਏ ਸੀਗੇ। ਨੈਕਸਟ ਕੁਐਸਚਨ ਹੈ ਆਪਣੇ ਕੋਲ ਕੀਰਤੀ ਸਤੰਭ ਆਫ ਚਿਤੌੜ ਵਾਜ਼ ਕੰਸਟਰਕਟਡ ਡਿਊਰਿੰਗ ਦੀ ਰੂਲ ਆਫ? ਕਿਸ ਦੇ ਰਾਜ ਦੌਰਾਨ ਚਿਤੌੜ ਦਾ ਕੀਰਤੀ ਸਤੰਭਾ ਬਣਾਇਆ ਗਿਆ ਸੀ? ਰਾਣਾ ਕੁੰਭਾ, ਰਾਣਾ ਹਮੀਰ, ਰਾਣਾ ਰਤਨ ਸਿੰਘ ਜਾਂ ਫਿਰ ਰਾਣਾ ਸੰਗਰਾਮ ਸਿੰਘ? ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਜੋ ਬਣ ਜਾਂਦਾ ਹੈ ਉਹ ਆਪਣੇ ਕੋਲ ਬਣ ਜਾਂਦਾ ਹੈ ਰਾਣਾ ਕੁੰਭਾ ਦੇ ਰਾਜ ਦੇ ਦੌਰਾਨ
कीर्ति स्तंभ बनवाया गया सी। नैक्सट क्वेश्चन है अपने को, वट डज दी व्हील इन द इंडियन नैशनल फ्लैग ਸਿੰਬਲਾਈਜ਼। ਤਾਂ ਭਾਰਤੀ ਰਾਸ਼ਟਰੀ ਝੰਡੇ ਵਿਚਾਲੇ ਜਿਹੜਾ ਪਹੀਆ ਹੈ ਉਹ ਕੀ ਪ੍ਰਤੀਕ ਕਰਦਾ ਹੈ? ਫਰੀडम, ਜਸਟਿਸ, ਇਕੁਐਲਿਟੀ ਜਾਂ ਫਿਰ ਬ੍ਰਦਰਹੁੱਡ। ਤੇ ਇਸ ਦਾ ਆਪਣੇ ਕੋਲ ਆਨਸਰ ਬਣ ਜਾਂਦਾ ਹੈ ਜਸਟਿਸ। ਜਸਟਿਸ ਮਾਨੇ ਨਿਆਂ। ਤਾਂ ਭਾਰਤੀ ਰਾਸ਼ਟਰੀ ਝੰਡੇ ਦੇ ਵਿਚਾਲੇ ਜਿਹੜਾ ਪਹੀਆ ਹੈ ਉਹ ਕਿਸ ਨੂੰ ਜਿਹੜਾ ਪ੍ਰਤੀਕ ਕਰਦਾ ਹੈ, ਕਿਸ ਦੁਆਰਾ ਕਿਸ ਵੱਲ ਪ੍ਰਤੀਕ ਕਰਦਾ ਹੈ? ਤਾਂ ਉਹ ਕਰਦਾ ਜੀ ਆਪਣੇ ਕੋਲ ਜਸਟਿਸ। ਜਸਟਿਸ ਕਹਿੰਦੇ ਕਿ ਨਿਆਂ ਵੱਲ। ਤਾਂ ਨਿਆਂ ਵੱਲ ਉਹ ਕੀ ਕਰਦਾ ਹੈ? ਆਪਣੇ ਕੋਲ ਨਿਆਂ ਦਾ ਪ੍ਰਤੀਕ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਹੂ ਹੈਡ ਸੈਡ ਲੈਟਸ ਗੋ ਬੈਕ ਟੂ ਦੀ ਵੇਦਾਸ। ਕਿਸਨੇ ਕਿਹਾ ਸੀ ਆਓ ਵੇਦਾਂ ਵੱਲ ਵਾਪਿਸ ਚੱਲੀਏ? ਕਿਸਨੇ ਕਿਹਾ ਸੀ ਆਓ ਵੇਦਾਂ ਵੱਲ ਵਾਪਿਸ ਚੱਲੀਏ? ਤੇ ਇਸ ਦਾ ਆਪਣੇ ਕੋਲ ਆਨਸਰ ਜਿਹੜਾ ਬਣ ਜਾਂਦਾ ਰਾਈਟ, ਉਹ ਬਣ ਜਾਂਦਾ ਦਇਆਨੰਦ ਸਰਸਵਤੀ। ਤਾਂ ਦਇਆਨੰਦ ਸਰਸਵਤੀ ਦੁਆਰਾ ਕਿਹਾ ਗਿਆ ਸੀ ਕਿ ਆਓ ਵੇਦਾਂ ਵੱਲ ਵਾਪਿਸ ਚੱਲੀਏ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਸ਼ੇਅਰ, ਤਾਂ ਕਿ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਤੱਕ ਵੀ ਚੈਨਲ ਦੀ ਜਾਣਕਾਰੀ ਪਹੁੰਚ ਸਕੇ ਅਤੇ ਆਉਣ ਵਾਲੇ 2024 ਦੇ ਸਾਲ ਵਿੱਚ ਨਵੀਆਂ ਆ ਰਹੀਆਂ ਨੋਟੀਫਿਕੇਸ਼ਨ, ਯਾਨੀ ਕਿ ਪੰਜਾਬ ਪੁਲਿਸ, PSSB ਕਲਰਕ, ਵੀਡੀਓ ਐਕਸੈਟਰਾ, ਹੋਰ ਵੀ SSC ਦੇ ਪੇਪਰਾਂ ਵਿੱਚ ਵੀ, ਯਾਨੀ ਕਿ ਹੋਰ ਸੈਂਟਰ ਦੇ ਪੇਪਰਾਂ ਵਿੱਚ ਵੀ ਜਿਹੜੀਆਂ ਇਹ ਕਲਾਸਿਸ ਨੇ ਇਹ ਹੈਲਪਫੁਲ ਹੋ ਸਕਦੀਆਂ ਨੇ, ਕਿਉਂਕਿ ਇਹ ਟੋਟਲੀ ਪੂਰੀ ਇੰਡੀਅਨ ਜਿਹੜੀ ਹੈਗੀ ਹੈ ਉਹਦੀ ਹਿਸਟਰੀ ਦੇ ਉੱਪਰ ਜਾਂ ਫਿਰ ਪੋਲਿਟੀ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਕਲਾਸਿਸ ਨੇ। ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤਾਂ ਚੱਲਦੇ ਹਾਂ ਅਗਲੇ ਕੁਐਸਚਨ ਦੇ। ਵਿਚ ਇੰਗਲਿਸ਼ ਟਰੈਵਲਰ ਕਮ ਟੂ ਇੰਡੀਆ ਡਿਊਰਿੰਗ ਦੀ ਰੀਜਨ ਆਫ ਜਹਾਂਗੀਰ। ਤਾਂ ਜਹਾਂਗੀਰ ਦੇ ਰਾਜ ਦੌਰਾਨ ਕਿਹੜਾ ਅੰਗਰੇਜ਼ ਭਾਰਤੀ ਯਾਤਰੀ ਆਇਆ ਸੀ? ਅੰਗਰੇਜ਼ ਯਾਤਰੀ ਭਾਰਤ ਵਿੱਚ ਆਇਆ ਸੀ। ਤਾਂ ਜਹਾਂਗੀਰ ਦੇ ਦੌਰਾਨ ਕਿਹੜਾ ਜਿਹੜਾ ਅੰਗਰੇਜ਼ ਯਾਤਰੀ ਸੀਗਾ ਉਹ ਭਾਰਤ ਦੇ ਵਿੱਚ ਆਇਆ ਸੀ? ਵਿਲੀਅਮ ਹੈਕਿੰਸ ਜਾਂ ਫਿਰ ਸਰ ਥਾਮਸ ਰॉय ਜਾਂ ਫਿਰ ਨਿਕੀਤਿਨ। ਤਾਂ ਆਪਣਾ ਆਨਸਰ ਬਣੇਗਾ ਜੀ ਡੀ ਆਨਸਰ, ਕਿਉਂਕਿ ਵਿਲੀਅਮ ਹੈਕਿੰਸ ਅਤੇ ਸਰ ਥਾਮਸ ਰॉय ਇਹ ਦੋਨੋਂ ਹੀ ਕੀ ਸੀਗੇ? ਇਹ ਦੋਨੋਂ ਹੀ ਜਹਾਂਗੀਰ ਦੇ ਟਾਈਮ 'ਤੇ ਇੰਡੀਆ ਦੇ ਵਿੱਚ ਆਏ ਸੀ। ਤਾਂ ਆਪਣਾ ਆਨਸਰ ਕੀ ਬਣੇਗਾ? ਡੀ। A ਔਰ B ਦੋਨੋਂ ਆਏ ਸਨ। ਨੈਕਸਟ ਕੁਐਸਚਨ ਹੈ ਆਪਣੇ ਕੋਲ, ਦੀ ਸਿਸਟਮ ਆਫ ਜੁਡੀਸ਼ੀਅਲ ਰਿਵਿਊ ਐਗਜ਼ਿਸਟ ਇਨ। ਤਾਂ ਨਿਆਇ ਸਮੀਖਿਆ ਜਿਹੜਾ ਹੈਗਾ, ਨਿਆਇਕ ਸਮੀਖਿਆ ਦੀ ਪ੍ਰਣਾਲੀ ਇਸ ਵਿੱਚ ਮੌਜੂਦ ਹੈ ਓਨਲੀ ਇੰਡੀਆ ਦੇ ਵਿੱਚ, ਓਨਲੀ USA ਦੇ ਵਿੱਚ, ਇੰਡੀਆ ਐਂਡ USA ਦੋਨੋਂ ਦੇ ਵਿੱਚ, ਜਾਂ ਫਿਰ UK ਓਨਲੀ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣੇਗਾ ਇੰਡੀਆ ਐਂਡ USA ਦੋਨਾਂ ਦੇ ਵਿੱਚ ਹੈ। ਕਿਉਂਕਿ ਜਿਹੜੀ ਇੰਡੀਆ ਦੇ ਵਿੱਚ ਕੀ ਹੈਗੀ ਹੈ ਜੁਡੀਸ਼ੀਅਲ ਰਿਵਿਊ ਹੈਗੀ ਆ, ਉਹ ਇੰਡੀਆ ਨੇ ਕਿੱਥੋਂ ਲਈ ਹੈ? ਉਹ ਲਈ ਹੈ USA ਤੋਂ। ਤਾਂ ਫਿਰ USA ਦੇ ਵਿੱਚ ਤਾਂ ਹੈਗੀ ਹੈ ਕਿਉਂਕਿ ਇੰਡੀਆ ਨੇ ਲਈ ਹੈ। ਤਾਂ ਇੰਡੀਆ ਨੇ ਅਗਰ ਲਈ ਹੈ ਤਾਂ ਇੰਡੀਆ ਦੇ ਵਿੱਚ ਵੀ ਆ ਗਈ। ਤਾਂ ਉਹਨਾਂ ਨੇ ਪੁੱਛਿਆ ਨਿਆਇਕ ਸਮੀਖਿਆ ਦੀ ਪ੍ਰਣਾਲੀ ਇਸ ਵਿੱਚ ਮੌਜੂਦ ਹੈ, ਮਤਲਬ ਕਿ ਕਿਸ ਦੇ ਵਿੱਚ ਮੌਜੂਦ ਹੈ? ਤਾਂ ਇੰਡੀਆ ਅਤੇ USA ਦੋਨਾਂ ਦੇ ਵਿੱਚ ਮੌਜੂਦ ਹੈ, ਕਿਉਂਕਿ ਇੰਡੀਆ ਨੇ ਵੀ USA ਤੋਂ ਲਈ ਹੈ ਅਤੇ ਹੁਣ ਇਹਨਾਂ ਦੋਨਾਂ ਦੇਸ਼ਾਂ ਕੋਲ ਜੁਡੀਸ਼ੀਅਲ ਰਿਵਿਊ ਜਿਹੜਾ ਹੈਗਾ ਹੈ, ਨਿਆਇਕ ਸਮੀਖਿਆ ਜਿਹੜੀ ਹੈਗੀ ਹੈ ਪ੍ਰਣਾਲੀ, ਉਹ ਦੋਨਾਂ ਦੇ ਵਿੱਚ ਮੌਜੂਦ ਹੈ। ਤਾਂ ਨੈਕਸਟ ਕੁਐਸਚਨ ਦੀ ਔਰ ਚੱਲਦੇ ਹਾਂ। ਅੰਡਰ ਵੋਮ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਵਾਜ਼ ਸੈਪਰੇਟਡ ਫਰੋਮ ਦੀ ਐਡਮਿਨਿਸਟ੍ਰੇਸ਼ਨ ਆਫ ਰਿਵੈਨਿਊ। ਤਾਂ ਕਿਸ ਦੇ ਅਧੀਨ ਨਿਆਇ ਪ੍ਰਸ਼ਾਸਨ ਨੂੰ ਮਾਲ ਪ੍ਰਸ਼ਾਸਨ ਤੋਂ ਵੱਖ ਕੀਤਾ ਗਿਆ ਸੀ? ਕਿਸ ਦੇ ਅਧੀਨ ਨਿਆਇ ਪ੍ਰਸ਼ਾਸਨ ਨੂੰ ਮਾਲ ਪ੍ਰਸ਼ਾਸਨ ਤੋਂ ਵੱਖ ਕੀਤਾ ਗਿਆ ਸੀ? ਪਿਟਸ ਐਕਟ, ਪਿਟਸ ਇੰਡੀਆ ਐਕਟ, ਜਾਂ ਫਿਰ ਕੋਰਨਵਾਲਿਸ ਕੋਡ, ਜਾਂ ਫਿਰ ਚਾਰਟਰ ਐਕਟ 1813, ਜਾਂ ਫਿਰ ਚਾਰਟਰ ਐਕਟ 1833। ਤਾਂ ਇਸ ਦੇ ਆਪਣੇ ਕੋਲ ਜਿਹੜਾ ਰਾਈਟ ਆਨਸਰ ਬਣ ਜਾਂਦਾ ਉਹ ਆਪਣੇ ਕੋਲ ਬਣ ਜਾਂਦਾ ਜੀ ਪਿਟਸ ਇੰਡੀਆ ਐਕਟ। ਤਾਂ ਪਿਟਸ ਇੰਡੀਆ ਐਕਟ ਦੁਆਰਾ ਜਿਹੜਾ ਸੀਗਾ ਉਹ ਨਿਆਇ ਪ੍ਰਸ਼ਾਸਨ ਅਤੇ ਮਾਲ ਪ੍ਰਸ਼ਾਸਨ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ ਗਿਆ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਅੰਡਰ ਆਰਟੀਕਲ 356 ਆਫ ਦੀ ਇੰਡੀਅਨ ਕੌਨਸਟੀਟਿਊਸ਼ਨ ਪ੍ਰੈਜ਼ੀਡੈਂਟਸ ਰੂਲ ਵਾਜ਼ ਇੰਪੋਜ਼ਡ ਫॉर ਦੀ ਫਸਟ ਟਾਈਮ ਇਨ। ਤਾਂ ਭਾਰਤੀ ਸੰਵਿਧਾਨ ਦੇ ਅਨੁਛੇਦ 356 ਦੇ ਤਹਿਤ ਪਹਿਲੀ ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ। ਕਿੱਥੇ ਲਗਾਇਆ ਗਿਆ ਸੀ? ਪੈਪਸੂ ਦੇ ਵਿੱਚ, ਜੰਮੂ ਐਂਡ ਕਸ਼ਮੀਰ ਦੇ ਵਿੱਚ, ਜਾਂ ਫਿਰ ਰਾਜਸਥਾਨ ਦੇ ਵਿੱਚ, ਜਾਂ ਫਿਰ ਬਿਹਾਰ ਦੇ ਵਿੱਚ। ਤਾਂ ਇਸ ਦਾ ਆਪਣੇ ਕੋਲ ਰਾਈਟ ਆਨਸਰ ਬਣਦਾ ਹੈ ਪੈਪਸੂ ਦੇ ਵਿੱਚ। ਪੈਪਸੂ ਯਾਨੀ ਕਿ ਪੈਪਸੂ ਕਿੱਥੇ ਪੈਂਦਾ ਆਪਣੇ ਕੋਲ? ਪੰਜਾਬ ਦੇ ਵਿੱਚ। ਕਿੱਥੇ ਪੈਂਦਾ? ਪੰਜਾਬ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਪ੍ਰੈਜ਼ੀਡੈਂਟ ਰੂਲ ਕਿੱਥੇ ਲੱਗਿਆ ਸੀ? ਪੰਜਾਬ ਦੇ ਵਿੱਚ। ਕਿੱਥੇ? ਪੈਪਸੂ ਦੇ ਵਿੱਚ ਲੱਗਿਆ ਸੀਗਾ। ਔਰ
सब तो लंबे समय लिए कित्थे लग्या सीगा, तो सब तो लंबे समय दे लई भी पैप्सू जिहड़ा सीगा अपने कोले प्रेजिडेंट रूल जिहड़ा सीगा वो पंजाब दे विच ही लग्या सीगा। कितनी बार लग चुक्या हुण तक लग चुक्या जी अपने कोले 8 वार। तो यूपी दे विच कितने वारी लग चुक्या, यूपी दे विच अपने कोल लग चुक्या 10 वार, और मणिपुर दे विच कितनी बार लग चुक्या है 9 वार। नैक्सट क्वेश्चन ते चलदे हां। द फर्स्ट ड्राफ्ट ऑफ द इंडियन कॉन्स्टिट्यूशन वॉज प्रपेयर्ड बाय, तो संविधान का पहला खरड़ा इस द्वारा तैयार किया गया सी। बी आर अंबेडकर जी द्वारा, बी एन राव द्वारा, के संथानम और के एम मुंशी। किस दे द्वारा जिहड़ा सीगा संविधान का पहला खरड़ा तैयार किया गया सी। तो इसका जो अपने को राइट आंसर बनता है वो बन जाती है अपने को बी एन राव। तो बी एन राव द्वारा जिहड़ा सीगा संविधान का पहला खरड़ा तैयार कर दिता गया सी कि संविधान इस तरीके नाल बनेगा। नैक्सट क्वेश्चन ते चलते हैं। द पोर्ट सिटी ऑफ इंडस वैली सिविलाइजेशन इज, सिद्धू घाटी की सभ्यता का बंदरगाह शहर केड़ा है। सिद्धू घाटी सभ्यता का बंदरगाह शहर केड़ा है, लोथल, हड़प्पा, रोपड़ या फिर बनवाली। तो इसका जो अपने को राइट आंसर बनेगा वो बनता है अपने को लोथल। तो लोथल अपने को सिद्धू घाटी सभ्यता का बंदरगाह शहर है। तो लोथल कित्थे पैंदा अपने को, ये पैंदा अपने को गुजरात दे विच। नैक्सट क्वेश्चन की ओर चलते हैं। विच फैसटिवल इज सैलीब्रेटेड ऑन द बर्थ ऑफ मुहम्मद। तो मुहम्मद के जन्म ते केड़ा त्यौहार मनाया जाता है। ईद उल जुहा, ईद ए मिलाद उन नबी, बकरीद या फिर ईद। तो इसका जो अपने को राइट आंसर बनेगा वो अपने को बन जाता है ईद ए मिलाद उन नबी। जिहड़ा त्यौहार है ये मुहम्मद के जन्म ते मनाया जाता है। नैक्सट क्वेश्चन है अपने को बी आर अंबेडकर वॉज इलैक्टेड टू दी कॉन्स्टिट्यूशन असैंबली फ्रॉम। तो बी आर अंबेडकर जी संविधान सभा लिए कित्थों चुने गए सन। बी आर अंबेडकर जी संविधान सभा लिए चुने गए सन। तो इन्होंने विचों कित्थों जिहड़े सीगे अपने को बी आर अंबेडकर जी जिहड़े सीगे संविधान की सभा के लिए चुन के आए सन। वैस्ट बंगाल तो, बॉम्बे प्रेजिडेंसी तो, मिडल इंडिया तो या फिर पंजाब तो। तो इसका जो अपने को राइट आंसर बनेगा वो अपने को बन जाता बॉम्बे प्रेजिडेंसी। तो बॉम्बे प्रेजिडेंसी के विचों बी आर अंबेडकर जी चुन के आए सन अपने संविधान की कॉन्स्टिट्यूशन असैंबली के लिए। तो नैक्सट क्वेश्चन है अपने को केवल लैमजाओ नेशनल पार्क द ओनली फ्लोटिंग नेशनल पार्क इन द वर्ल्ड इज लोकेटिंग इन। तो केबुल नामजाओ नेशनल पार्क दुनिया का इकलौता फ्लोटिंग नेशनल पार्क इत्थे स्थित है। तो जिहड़ा हैगा इकलौता फ्लोटिंग नेशनल पार्क, फ्लोटिंग मतलब कि एक तैरदा होया जिहड़ा अपने को हैगा नेशनल पार्क। तो वो कित्थे अपने को मतलब कि जिहड़ा पानी नाल घिरिया होया है, ठीक है इस तरीके तो कित्थों अपने को वो अपने को हैगा मणिपुर दे विच। तो ये इकलौता इहो जिहा अपने को नैशनल पार्क है जिहड़ा कि पानी दे विच तैरदा होया है, ठीक है नैशनल पार्क है। पानी दे विच तैरदा होया दा मीनस मतलब कि वो चारों ओर की हैगा पानी है, जिमें कि आप आईलैंड मान लीए इस तरीके नाल, पर वो है कित्थे है वो मणिपुर दे विच है। नैक्सट है अपने कोल इंडियन कॉन्स्टिट्यूशन रैकोगनाइजेस माइनॉरिटीज़ ऑन द बेसिस ऑफ। भारतीय संविधान घੱਟ गिणतियां नूं आधार ते मानता दिंदा है। भारतीय संविधान घੱਟ गिणतियां नूं आधार ते मानता दिंदा है, पर किस दे आधार ते मानता दिंदा है। रीजन के आधार पर, कास्ट के आधार पर, पॉपूलेशन के आधार पर या फिर कलर के आधार पर। तो जिहड़ियां भी अपने देश दे विच माइनॉरिटीज़ रहिंदियां ने, ठीक है माइनॉरिटीज़ रिलीजनस रहिंदे ने, तो उन्होंने किस दे आधार पर जिहड़ी हैगी मानता दी जाती है। तो उन्होंने दी जाती है पॉपूलेशन के आधार पर। जिन्नी उन्होंने पॉपूलेशन होएगी तो उस दे आधार पर की हैगी उन्होंने जिहड़ी हैगी है अपने को माइनॉरिटीज़ नूं मानता दी जाती है भी इन्नी इन्हां दी गिनती के आधार पर भी इन्ने परसेंट ही रहिंदी है। तो उसनूं किस दे आधार पर, पॉपूलेशन के आधार पर। नैक्सट क्वेश्चन है अपने कोल Who gave the idea of a constituent assembly firstly for the formation of constitution of for India।
किस ने ਭਾਰਤ ਲਈ ਸੰਵਿਧਾਨ ਦੇ ਗਠਨ ਲਈ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦਾ ਵਿਚਾਰ ਦਿੱਤਾ ਸੀ? तो किसने दिता सी भी? इसका अपने को राइट आंसर बन जाता है स्वराज पार्टी इन 1934। तो 1934 ਦੇ ਵਿੱਚ स्वराज पार्टी बनी सी जिसने की ਕੀਤਾ ਸੀ ਭਾਰਤ ਲਈ ਸੰਵਿਧਾਨ ਦੇ ਗਠਨ ਲਈ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦਾ ਵਿਚਾਰ ਦਿੱਤਾ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ the design of the national flag was adopted by the Constituent Assembly of India is। ਤਾਂ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨੂੰ ਭਾਰਤ ਦੇ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ ਸੀ। ਕਦੋਂ ਅਪਣਾਇਆ ਗਿਆ ਸੀ? ਜੁਲਾਈ 1945, ਜੁਲਾਈ 1950, ਜੁਲਾਈ 1947 ਜਾਂ ਫਿਰ ਅਗਸਤ 1947। ਤਾਂ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਨੂੰ ਭਾਰਤ ਦੇ ਸੰਵਿਧਾਨ ਦੁਆਰਾ ਅਪਣਾਇਆ ਗਿਆ ਸੀ ਪਹਿਲੀ ਵਾਰ ਕਦੋਂ? 22 ਜੁਲਾਈ 1947 ਨੂੰ। ਜੁਲਾਈ ਦੀ ਕਿੰਨੀ ਤਾਰੀਖ? 22 ਤਾਰੀਖ, ਮਤਲਬ ਕਿ 22 ਜੁਲਾਈ 1947 ਦੇ ਵਿੱਚ ਆਪਣੇ ਜਿਹੜੇ ਸੀਗੇ ਇੰਡੀਆ ਦੇ ਨੈਸ਼ਨਲ ਫਲੈਗ ਨੂੰ ਜਿਹੜਾ ਸੀਗਾ ਆਪਣੇ ਕੋਲ ਰਾਸ਼ਟਰੀ ਝੰਡੇ ਨੂੰ ਅਪਣਾਇਆ ਗਿਆ ਸੀ। ਨੈਕਸਟ ਕੁਐਸਚਨ ਹੈ ਆਪਣੇ ਕੋਲ ਹੂ ਐਕਸਪਾਉਂਡਡ ਦੀ ਥਿਊਰੀ ਆਫ ਡਰੇਨ। ਤਾਂ ਕਿਸ ਨੇ ਡਰੇਨ ਦੀ ਥਿਊਰੀ ਦੀ ਵਿਆਖਿਆ ਕੀਤੀ ਸੀ? ਮਤਲਬ ਕਿ ਕਿਸ ਨੇ ਡਰੇਨ ਦੀ ਥਿਊਰੀ ਦਿੱਤੀ ਸੀ? ਤਾਂ ਇਸ 'ਤੇ ਆਪਣੇ ਕੋਲ ਆਨਸਰ ਬਣ ਜਾਂਦਾ ਦਾਦਾ ਭਾਈ ਨਾਰੋਜੀ ਦੁਆਰਾ ਡਰੇਨ ਦੀ ਥਿਊਰੀ ਦੀ ਵਿਆਖਿਆ ਕੀਤੀ ਗਈ ਸੀ ਜਾਂ ਫਿਰ ਡਰੇਨ ਦੀ ਥਿਊਰੀ ਕਿਸੇ ਦੁਆਰਾ ਦਿੱਤੀ ਗਈ ਸੀ? ਦਾਦਾ ਭਾਈ ਨਾਰੋਜੀ ਦੁਆਰਾ ਦਿੱਤੀ ਗਈ ਸੀ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਹੂ ਵਾਜ਼ ਦੀ ਵਾਇਸਰੋਏ ਐਟ ਦੀ ਟਾਈਮ ਆਫ ਕੁਇਟ ਇੰਡੀਆ ਮੂਵਮੈਂਟ। ਤਾਂ ਭਾਰਤ ਛੱਡੋ ਅੰਦੋਲਨ ਦੇ ਸਮੇਂ ਵਾਇਸਰੋਏ ਕੌਣ ਸੀ? ਲਾਰਡ ਮਾਊਂਟਬੈਟਨ, ਲਾਰਡ ਵਾਈਵਲ ਜਾਂ ਫਿਰ ਲਾਰਡ ਲਿੰਥਗੋ, ਲਾਰਡ ਇਰਵਿਨ। ਤਾਂ ਆਪਣੇ ਕੋਲ ਜੋ ਰਾਈਟ ਆਂਸਰ ਬਣੇਗਾ ਉਹ ਬਣੇਗਾ ਲਾਰਡ ਲਿੰਥਗੋ, ਲਾਰਡ ਲਿੰਥਗੋ। ਨੈਕਸਟ ਕੁਐਸਚਨ ਹੈ ਆਪਣੇ ਕੋਲ ਹੂ ਹੈਜ਼ ਦੀ ਪਾਵਰ ਟੂ ਇਨਕਰੀਜ਼ ਦੀ ਨੰਬਰ ਆਫ ਜੱਜਿਸ ਆਫ ਦੀ ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਦੀ ਤਾਕਤ ਕਿਸ ਕੋਲ ਹੈ? ਪ੍ਰਾਈਮ ਮਿਨਿਸਟਰ ਕੋਲ, ਮਿਨਿਸਟਰੀ ਆਫ ਲਾਅ ਕੋਲ, ਪਾਰਲੀਮੈਂਟ ਕੋਲ ਜਾਂ ਫਿਰ ਪ੍ਰੈਜ਼ੀਡੈਂਟ ਕੋਲ। ਤਾਂ ਇਸ ਦੇ ਵਿੱਚ ਆਪਣੇ ਕੋਲ ਰਾਈਟ ਆਂਸਰ ਬਣੇਗਾ ਉਹ ਬਣੇਗਾ ਜੀ ਪਾਰਲੀਮੈਂਟ। ਤਾਂ ਪਾਰਲੀਮੈਂਟ ਕੋਲੇ ਇਹ ਤਾਕਤ ਹੈ ਕਿ ਉਹ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾ ਸਕਦੀ ਹੈ। ਪ੍ਰੈਜ਼ੀਡੈਂਟ ਕੀ ਕਰਦਾ? ਪ੍ਰੈਜ਼ੀਡੈਂਟ ਜਸਟ ਕੀ ਕਰਦਾ ਹੈ? ਉਹ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਹੁੰ ਚੁਕਾਉਂਦਾ ਹੈ। ਕੀ ਕਰਦਾ ਹੈ ਜੀ? ਸਹੁੰ ਚੁਕਾਉਂਦਾ ਕਿਹਨੂੰ? ਉਹ ਵੀ CJI ਨੂੰ, ਜਿਹੜਾ ਮਤਲਬ ਕਿ ਚੀਫ ਜਸਟਿਸ ਆਫ ਹਾਈ ਕੋਰਟ ਸੁਪਰੀਮ ਕੋਰਟ ਹੁੰਦਾ, ਜਿਹੜਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਉਸ ਨੂੰ ਸਹੁੰ ਚੁਕਾਉਂਦਾ ਹੈ। ਤਾਂ ਜੇ ਅਗਰ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣੀ ਹੋਵੇ, ਘਟਾਉਣੀ ਹੋਵੇ ਜਾਂ ਇਸ ਤਰੀਕੇ ਦਾ ਕੁਛ ਵੀ ਉਹਦੇ ਵਿੱਚ ਚੇਂਜਿੰਗਸ ਹੁੰਦੀਆਂ ਨੇ ਤਾਂ ਉਹ ਕੌਣ ਕਰਦੀ ਹੈ? ਉਹ ਆਪਣੇ ਕੋਲੇ ਪਾਰਲੀਮੈਂਟ ਕਰਦੀ ਹੈ। ਨੈਕਸਟ ਕੁਐਸਚਨ ਹੈ ਆਪਣੇ ਕੋਲੇ ਹਾਊ ਮੈਨੀ ਵੂਮੈਨ ਮੈਂਬਰਸ ਵੇਅਰ ਦੇਅਰ ਇਨ ਦੀ ਇੰਡੀਅਨ ਕੌਂਸਟੀਟਿਊਟ ਅਸੈਂਬਲੀ। ਤਾਂ ਭਾਰਤੀ ਸੰਵਿਧਾਨ ਸਭਾ ਵਿੱਚ ਕਿੰਨੀਆਂ ਮਹਿਲਾ ਮੈਂਬਰ ਸਨ? ਤਾਂ ਜਦੋਂ ਜਿਹੜੀ ਸੀਗੀ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਸੀ ਤਾਂ ਉਸ ਸਮੇਂ ਜਿਹੜੀ ਸੰਵਿਧਾਨ ਸਭਾ ਬਣਾਈ ਗਈ ਸੀ, ਠੀਕ ਹੈ, ਤਾਂ ਉਸ ਦੇ ਵਿੱਚ ਮਹਿਲਾਵਾਂ ਕਿੰਨੀਆਂ ਸਨ? ਕਿੰਨੀਆਂ ਔਰਤਾਂ ਜਿਹੜੀਆਂ ਸੀਗੀਆਂ ਉਸ ਸਮੇਂ ਸੰਵਿਧਾਨ ਸਭਾ ਦਾ ਹਿੱਸਾ ਸਨ? ਤਾਂ ਆਪਣੇ ਕੋਲ ਆਨਸਰ ਬਣਦਾ ਇਸ ਦਾ 15 ਜਿਹੜੀਆਂ ਸੀਗੀਆਂ ਮਹਿਲਾਵਾਂ ਉਹ ਉਸ ਸਮੇਂ ਦੇ ਸੰਵਿਧਾਨ ਸਭਾ ਦਾ ਹਿੱਸਾ ਸਨ। ਨੈਕਸਟ ਕੁਐਸਚਨ ਹੈ ਆਪਣੇ ਕੋਲ ਦੀ ਫੀਚਰ ਆਫ ਫੈਡਰਲ ਸਿਸਟਮ ਆਫ ਇੰਡੀਆ ਕੌਨਸਟੀਟਿਊਸ਼ਨ ਇਜ਼ ਇੰਸਪਾਇਰਡ ਬਾਏ ਦੀ ਕੌਨਸਟੀਟਿਊਸ਼ਨ ਆਫ। ਮਤਲਬ ਕਿ ਭਾਰਤੀ ਸੰਵਿਧਾਨ ਦੀ ਸੰਘੀ ਪ੍ਰਣਾਲੀ ਯਾਨੀ ਕਿ ਫੈਡਰਲ ਸਿਸਟਮ ਦੀ ਵਿਸ਼ੇਸ਼ਤਾ ਦੇ ਸੰਵਿਧਾਨ ਤੋਂ ਲਈ ਗਈ ਹੈ। ਤਾਂ ਕਿਸ ਦੇਸ਼ ਤੋਂ ਜਿਹੜਾ ਹੈਗਾ ਆਪਣੇ ਇੰਡੀਆ ਨੇ ਫੈਡਰਲ ਸਿਸਟਮ ਜਿਹੜਾ ਸੀ ਉਹ ਅਪਣਾਇਆ ਸੀ? ਕੈਨੇਡਾ ਤੋਂ, ਯੂਨਾਈਟਿਡ ਕਿੰਗਡਮ ਤੋਂ, USA ਤੋਂ ਜਾਂ ਫਿਰ ਆਇਰਲੈਂਡ ਤੋਂ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਂਸਰ ਬਣਦਾ ਹੈ ਉਹ ਆਪਣੇ ਕੋਲ ਬਣਦਾ ਕੈਨੇਡਾ। ਤਾਂ ਕੈਨੇਡਾ ਤੋਂ ਜਿਹੜਾ ਸੀਗਾ ਉਹ ਇੰਡੀਆ ਨੇ ਫੈਡਰਲ ਸਿਸਟਮ ਨੂੰ ਅਪਣਾਇਆ ਸੀ, ਫੈਡਰਲ ਸਿਸਟਮ। ਨੈਕਸਟ ਕੁਐਸਚਨ ਹੈ ਆਪਣੇ ਕੋਲ ਸਪੈਸ਼ਲ ਪ੍ਰੋਵੀਜ਼ਨ ਰਿਗਾਰਡਿੰਗ ਫਾਈਨੈਂਸ਼ੀਅਲ ਬਿਲਸ ਇਜ਼ ਗਿਵਨ ਅੰਡਰ। ਤਾਂ ਵਿੱਤੀ ਬਿੱਲਾਂ ਬਾਰੇ ਵਿਸ਼ੇਸ਼ ਉਪਬੰਧ ਅਧੀਨ ਦਿੱਤੇ ਗਏ ਨੇ। ਤਾਂ 4 ਆਰਟੀਕਲ ਦਿੱਤੇ ਗਏ ਨੇ ਹੇਠਾਂ 4 ਆਪਸ਼ਨਸ ਦੇ ਵਿੱਚ। ਤਾਂ ਇਹਨਾਂ ਵਿੱਚੋਂ ਕਿਹੜੇ ਆਰਟੀਕਲ ਦੇ ਅੰਦਰ ਜਿਹੜੀਆਂ ਆਪਣੇ ਕੋਲੇ ਫਾਈਨੈਂਸ਼ੀਅਲ ਬਿੱਲ ਜਿਹੜੇ ਆਉਂਦੇ ਨੇ ਉਹ ਕਿਹੜੇ ਆਰਟੀਕਲ ਦੇ ਅੰਦਰ ਆਉਂਦੇ ਨੇ? 117 ਦੇ ਅੰਦਰ, 119 ਦੇ ਅੰਦਰ, 121 ਦੇ ਅੰਦਰ ਜਾਂ ਫਿਰ 123 ਨੰਬਰ ਆਰਟੀਕਲ ਦੇ ਅੰਦਰ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਂਸਰ ਬਣੇਗਾ ਉਹ ਬਣ ਜਾਂਦਾ ਆਪਣੇ ਕੋਲ ਆਰਟੀਕਲ ਨੰਬਰ 117 ਦੇ ਅੰਦਰ ਆਪਣੇ ਕੋਲ ਕਿਹੜੇ ਬਿੱਲ ਆਉਂਦੇ ਨੇ? ਫਾਈਨੈਂਸ਼ੀਅਲ ਬਿੱਲ ਆਉਂਦੇ ਨੇ। ਤਾਂ ਸੋ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਬਿੱਲ ਕਿੰਨੀ ਤਰੀਕੇ ਦੇ ਹੁੰਦੇ ਨੇ ਅਤੇ ਕਿਹੜੇ ਆਰਟੀਕਲ ਦੇ ਅੰਦਰ ਆਉਂਦੇ ਨੇ। ਤਾਂ ਉਹ ਵੀ ਆਪਾਂ ਦੇਖਦੇ ਹਾਂ। ਤਾਂ ਬਿੱਲ ਆਪਣੇ ਕੋਲ 4 ਤਰੀਕੇ ਦੇ ਹੁੰਦੇ ਨੇ। ਕਿਹੜੇ? ਆਰਡੀਨਰੀ ਬਿੱਲ, ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਅਤੇ ਕੌਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਇਹ ਆਪਣੇ ਕੋਲ ਕਿਹੜੇ ਆਰਟੀਕਲ ਦੇ ਅੰਦਰ ਆਉਂਦੇ ਨੇ? ਪਹਿਲਾ ਆਉਂਦਾ ਆਪਣੇ ਕੋਲ ਆਰਡੀਨਰੀ ਬਿੱਲ ਜਿਹੜਾ ਕਿ ਆਪਣੇ ਕੋਲ 107 ਨੰਬਰ ਆਰਟੀਕਲ ਦੇ ਵਿੱਚ ਆਉਂਦਾ।
ठीक है। उस तो बाद 108 नंबर आर्टिकल ਦੇ ਵਿੱਚ ਆਪਣੇ ਕੋਲ ਕੀ ਆਉਂਦੀ ਹੁੰਦੀ ਹੈ, ਜੁਆਇੰਟ ਸਿਟਿੰਗ ਆਉਂਦੀ ਹੁੰਦੀ ਹੈ, मतलब कि ਜਿਹੜੀ ਜੁਆਇੰਟ ਸਿਟਿੰਗ ਲੋਕ ਸਭਾ ਰਾਜ ਸਭਾ ਦੇ ਸਾਰੇ ਮੈਂਬਰ ਮਿਲ ਕੇ ਕੀ ਕਰਦੇ ਨੇ, ਇੱਕ ਸਭਾ ਬਿਠਾਉਂਦੇ ਨੇ ਜਦੋਂ ਵੀ ਕਿਸੇ ਬਿੱਲ ਤੇ ਗੱਲਬਾਤ ਕਰਨੀ ਹੁੰਦੀ ਤਾਂ ਉਸਨੂੰ ਆਪਾਂ ਜੁਆਇੰਟ ਸਿਟਿੰਗ ਕਹਿ ਦਿੰਦੇ ਹਾਂ। ਫਿਰ ਆਉਂਦਾ ਆਪਣੇ ਕੋਲੇ ਮਨੀ ਬਿੱਲ, ਤਾਂ ਮਨੀ ਬਿੱਲ ਆਪਣੇ ਕੋਲੇ 109 ਅਤੇ 110 ਨੰਬਰ ਆਰਟੀਕਲ ਦੇ ਵਿੱਚ ਆਉਂਦਾ। 109 ਦੇ ਵਿੱਚ ਕੀ ਹੈ, ਇਹਦਾ ਪ੍ਰੋਸੈਸ ਹੈ, ਔਰ 110 ਦੇ ਵਿੱਚ ਕੀ ਇਹਦੀ ਡੈਫੀਨੇਸ਼ਨ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਫਾਈਨੈਂਸ਼ੀਅਲ ਬਿੱਲ, ਜਿਹਦੇ ਬਾਰੇ ਆਪਾਂ ਹੁਣ ਗੱਲ ਕੀਤੀ, ਇਹ ਆਪਣੇ ਕੋਲ ਆ ਜਾਂਦਾ 117 ਨੰਬਰ ਆਰਟੀਕਲ ਦੇ ਅੰਦਰ। ਔਰ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਅਮੈਂਡਮੈਂਟ ਬਿੱਲ, ਜਿਹੜਾ ਕਿੱਥੇ ਆ ਜਾਂਦਾ, ਇਹ ਆਪਣੇ ਕੋਲ ਆ ਜਾਂਦਾ 368 ਨੰਬਰ ਆਰਟੀਕਲ ਦੇ ਅੰਦਰ ਆ ਜਾਂਦਾ। ਨੈਕਸਟ ਚੱਲਦੇ ਹਾਂ, ਇਨ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਇਜ਼ ਇਨਕਲੂਡਡ ਇਨ ਦੀ, ਤਾਂ ਭਾਰਤ ਦੇ ਸੰਵਿਧਾਨ ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੀਐਂਬਲ ਟੂ ਦੀ ਕੌਨਸਟੀਟਿਊਸ਼ਨ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਫੰਡਾਮੈਂਟਲ ਡਿਊਟੀਜ਼ ਐਂਡ 9th ਸ਼ਡਿਊਲ। ਤਾਂ ਇਹਨਾਂ ਵਿੱਚੋਂ ਕਿਸ ਵਿੱਚ ਜਿਹੜਾ ਹੈ ਆਪਣੇ ਕੋਲੇ ਪੀਸ ਐਂਡ ਸਿਕਿਉਰਿਟੀ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਜੋ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਇਹਨਾਂ ਵਿੱਚੋਂ ਕਿਸ ਦੇ ਵਿੱਚੋਂ? ਤਾਂ ਸਰ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣੇਗਾ DPSP, ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਦੇ ਵਿੱਚ ਆਪਣੇ ਕੋਲੇ ਕੀ ਮਿਲਦੀ ਹੈ, ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਤਾਂ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਆਪਾਂ ਨੂੰ 51 ਨੰਬਰ ਆਰਟੀਕਲ ਦੇ ਵਿੱਚ ਮਿਲਦੀ ਹੈ, ਜਿਹੜਾ ਕਿਹਦੇ ਵਿੱਚ ਹੈ, ਉਹ ਆਪਣੇ ਕੋਲੇ DPSP ਦੇ ਵਿੱਚ ਹੈ। ਤਾਂ DPSP ਦੇ ਵਿੱਚ ਆਪਣੇ ਕੋਲੇ ਪੀਸ ਐਂਡ ਸਿਕਿਉਰਿਟੀ ਦੇਖਣ ਨੂੰ ਮਿਲਦੀ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ, ਹੂ ਵਾਜ਼ ਕਾਲਡ ਅ ਸਲੇਵ ਆਫ ਅ ਸਲੇਵ, ਮਤਲਬ ਕਿ ਕਿਸ ਨੂੰ ਗੁਲਾਮ ਦਾ ਗੁਲਾਮ ਕਿਹਾ ਜਾਂਦਾ ਸੀ, ਗੁਲਾਮ ਦਾ ਗੁਲਾਮ ਕਿਹਾ ਜਾਂਦਾ ਸੀ। ਤਾਂ ਇਹ ਜਦੋਂ ਆਪਾਂ ਸੀਰੀਜ਼ ਸ਼ੁਰੂ ਕੀਤੀ ਸੀ ਤਾਂ ਸ਼ਾਇਦ ਫਸਟ ਜਾਂ ਸੈਕਿੰਡ ਕਲਾਸ ਦੇ ਵਿੱਚ ਵੀ ਮੈਂ ਦੱਸਿਆ ਹੋਵੇਗਾ, ਠੀਕ ਹੈ, ਕਿ ਜਿਹੜਾ ਹੈਗਾ ਗੁਲਾਮ ਦਾ ਗੁਲਾਮ ਕਿਸ ਨੂੰ ਕਿਹਾ ਜਾਂਦਾ ਸੀ, ਮੁਹੰਮਦ ਗੌਰੀ ਨੂੰ, ਕੁਤਬਦੀਨ ਐਬਕ ਨੂੰ, ਬਲਬਨ ਨੂੰ, ਜਾਂ ਫਿਰ ਇਲਤੁਤਮਿਸ਼ ਨੂੰ। ਤਾਂ ਇਸ ਦਾ ਜੋ ਆਪਣੇ ਕੋਲ ਰਾਈਟ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਇਲਤੁਤਮਿਸ਼। ਇਲਤੁਤਮਿਸ਼ ਨੂੰ ਗੁਲਾਮ ਦਾ ਗੁਲਾਮ ਕਿਹਾ ਜਾਂਦਾ ਸੀ, ਗੁਲਾਮ ਦਾ ਗੁਲਾਮ ਕਿਹਾ ਜਾਂਦਾ ਸੀ, ਕਿਉਂਕਿ ਜਿਹੜਾ ਆਪਣੇ ਕੋਲ ਕੁਤਬਦੀਨ ਐਬਕ ਸੀਗਾ, ਠੀਕ ਹੈ, ਇਸਨੇ ਕੀ ਕੀਤਾ ਸੀਗਾ, ਇਸਨੇ ਆਪਣੇ ਕੋਲ ਗੁਲਾਮ ਵੰਸ਼ ਯਾਨੀ ਕਿ ਸਲੇਵ ਡਿਨਾਸਟੀ ਦੀ ਕੀ ਸੀਗੀ, ਸਥਾਪਨਾ ਕੀਤੀ ਸੀ। ਔਰ ਜਿਹੜਾ ਇਲਤੁਤਮਿਸ਼ ਸੀਗਾ, ਇਸ ਨੂੰ ਕੀ ਸੀਗਾ, ਇਹ ਇੱਕ ਮਤਲਬ ਕਿ ਬਾਜ਼ਾਰ ਦੇ ਵਿੱਚੋਂ ਇਸ ਦੇ ਭਰਾ ਕੋਲੋਂ ਖਰੀਦ ਕੇ ਲੈ ਕੇ ਆਇਆ ਸੀ, ਠੀਕ ਹੈ, ਨਿਲਾਮ, ਉਸਦੇ ਭਰਾ ਨੇ ਇਸ ਨੂੰ ਨਿਲਾਮ ਕੀਤਾ ਸੀ ਇਲਤੁਤਮਿਸ਼ ਨੂੰ, ਔਰ ਕੁਤਬਦੀਨ ਐਬਕ ਇਸ ਨੂੰ ਖਰੀਦ ਕੇ ਲੈ ਕੇ ਆਇਆ ਸੀ। ਔਰ ਉਸ ਤੋਂ ਬਾਅਦ ਕੀ ਜਿਹੜਾ ਸੀਗਾ, ਇਸਨੇ ਇਸ ਨੂੰ ਆਪਣਾ ਮਤਲਬ ਕਿ ਸ਼ਾਸਨ 'ਤੇ ਬਿਠਾਇਆ ਸੀ ਇਲਤੁਤਮਿਸ਼ ਨੂੰ। ਔਰ ਜਿਹੜਾ ਕੀ ਹੈ, ਇਲਤੁਤਮਿਸ਼ ਨੂੰ ਸਲੇਵ ਆਫ ਅ ਸਲੇਵ ਯਾਨੀ ਕਿ ਗੁਲਾਮ ਦਾ ਗੁਲਾਮ ਅਤੇ ਰੀਅਲ ਸੁਲਤਾਨ ਵੀ ਮੰਨਿਆ ਜਾਂਦਾ ਹੈ। ਰੀਅਲ ਸੁਲਤਾਨ, ਰੀਅਲ ਸੁਲਤਾਨ ਕਿਉਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੀ ਤਾਜਪੋਸ਼ੀ ਹੋਈ ਸੀ ਸਲੇਵ ਡਾਇਨਾਸਟੀ ਦੇ ਵਿੱਚ। ਬਟ ਜਿਹੜਾ ਸੀਗਾ ਕੁਤਬਦੀਨ ਐਬਕ ਸੀਗਾ, ਇਸਨੇ ਸਥਾਪਨਾ ਕੀਤੀ ਸੀ ਸਲੇਵ ਡਾਇਨਾਸਟੀ ਦੀ, ਬਟ ਇਹ ਕੀ ਸੀਗਾ, ਇੱਕ ਇਹ ਸੀਗਾ ਆਪਣੇ ਕੋਲੇ ਮਹਿਮੂਦ ਗਜਨੀ, ਇਸ ਦੇ ਮਹਿਮੂਦ ਦਾ ਕੀ ਸੀਗਾ, ਇਹ ਇੱਕ ਆਪਣੇ ਕੋਲੇ ਮਿਲਟਰੀ ਲੀਡਰ ਸੀਗਾ, ਸਲੇਵ ਸੀਗਾ ਇਹ ਉਹਦਾ ਇੱਕ, ਠੀਕ ਹੈ। ਤਾਂ ਜਦੋਂ ਉਸ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਕੀ ਕਰਦਾ, ਇਹ ਆਪਣੀ ਇੱਕ ਅਲੱਗ ਤੋਂ ਡਾਇਨੈਸਟੀ ਸ਼ੁਰੂ ਕਰ ਲੈਂਦਾ, ਸਲੇਵ ਡਾਇਨੈਸਟੀ, ਜਿਸ ਦਾ ਨਾਮ ਪੈਂਦਾ ਸਲੇਵ ਡਾਇਨੈਸਟੀ। ਤਾਂ ਇਸ ਲਈ ਕੀ ਸੀਗਾ, ਇਸ ਨੂੰ ਸੁਲਤਾਨ ਨਹੀਂ ਮੰਨਿਆ ਜਾਂਦਾ, ਬਟ ਸਲੇਵ ਡਾਇਨੈਸਟੀ ਦਾ ਪਹਿਲਾ ਸ਼ਾਸਕ ਜ਼ਰੂਰ ਮੰਨਿਆ ਜਾਂਦਾ ਹੈ। ਤਾਂ ਰੀਅਲ ਸੁਲਤਾਨ ਕਿਸ ਨੂੰ ਮੰਨਿਆ ਜਾਂਦਾ, ਇਲਤੁਤਮਿਸ਼ ਨੂੰ, ਔਰ ਗੁਲਾਮ ਦਾ ਗੁਲਾਮ ਵੀ ਕਿਸ ਨੂੰ ਮੰਨਿਆ ਜਾਂਦਾ, ਇਲਤੁਤਮਿਸ਼ ਨੂੰ। ਤਾਂ ਇੱਥੇ ਆਪਣੇ ਕੋਲ ਜਿਹੜਾ ਰਾਈਟ ਆਨਸਰ ਆਪਣੇ ਕੋਲ ਬਣੇਗਾ ਉਹ ਆਪਣੇ ਕੋਲੇ ਕਿਸ ਨੂੰ ਗੁਲਾਮ ਦਾ ਗੁਲਾਮ ਕਿਹਾ ਜਾਂਦਾ ਹੈ, ਤਾਂ ਆਪਣੇ ਕੋਲ ਕਿਹਾ ਜਾਂਦਾ ਹੈ ਇਲਤੁਤਮਿਸ਼ ਨੂੰ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਵੀਡੀਓ ਨੂੰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ, ਤਾਂ ਕਿ ਉਹਨਾਂ ਤੱਕ ਵੀ ਚੈਨਲ ਦੀ ਜਾਣਕਾਰੀ ਪਹੁੰਚ ਸਕੇ। ਔਰ ਹੋਰ ਆਉਣ ਵਾਲੇ ਅਗਲੇ ਸਾਲ 2024 ਦੇ ਵਿੱਚ ਜਿਹੜੀਆਂ ਵੀ ਨੋਟੀਫਿਕੇਸ਼ਨਸ ਜਲਦੀ ਹੀ ਆਪਣੇ ਕੋਲ ਦੇਖਣ ਨੂੰ ਮਿਲਣਗੀਆਂ, ਪੰਜਾਬ ਪੁਲਿਸ ਦੀਆਂ ਹੋ ਗਈਆਂ, ਠੀਕ ਹੈ, PSSB, SSC, ਕਲਰਕ, ਵੀਡੀਓ, ਇਹ ਸਾਰੀਆਂ ਜਿੰਨੀਆਂ ਵੀ ਸੈਂਟਰ ਲੈਵਲ ਜਾਂ ਫਿਰ ਸਟੇਟ ਲੈਵਲ ਦੇ ਕਿਸੇ ਵੀ ਪੇਪਰ ਦੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ।